सतनाम श्री वाहिगुरु साहिब जी। डंडौत बंदनन कबार सर्व कला समरथ डोलन ते राखो प्रभु नानक दे कर हथ। ज्ञान अंजन गुर दिया अज्ञान अंधेर विनाश हर कृपा ते संत भेटिया नानक मन परगास। परम सत्कार योग गुरु रूप साध संगत जी, वाहिगुरु जी का खालसा वाहिगुरु जी की फतेह। साध संगत, जपजी साहिब श्री गुरु नानक देव जी महाराज की वो महान रचना है जिसनों श्री गुरु ग्रंथ साहब जी महाराज के संपादन समय पंचम पातशाह श्री गुरु अर्जन देव जी महाराज ने सब तो पहला स्थान दिता है। जपजी साहिब साडे नितनेम की पहली बाणी है जो सवेर के नितनेम विच हर गुरसिख नूं पढ़न दे सतगुरु जी के हुक्म हैं। जो भी जपजी साहिब के गुटके मिलते हैं जिन्हां तो असीं नितनेम करते हाँ, उन्हां विच भी अते श्री गुरु ग्रंथ साहिब जी महाराज विच भी जपजी साहिब का नाम जप लिखा हुआ है। बाणी का नाम जप है, पर से सत्कार वजों जप जी या जपजी साहिब आखते हैं। कई प्राचीन गुटकियां विच अते श्री गुरु ग्रंथ साहिब जी महाराज दियां कई प्राचीन बाणियां दे जो तत्करे वाले पन्ने हुंदे हन, उन्हां ते इसका नाम जप निशान भी मिलता है। ऐसा ख्याल किया जाता है कि निशान मोहर है तो जपजी जो है इस समुचे सिख सिद्धांत की मोहर दे वांग है, क्योंकि सारा ही सिख सिद्धांत गुरमत सिद्धांत जपजी दे दुआले चलता है। सतगुरु जी ने जितने भी आध्यात्मिक विचार दार्शनिक विचार श्री गुरु ग्रंथ साहिब जी महाराज विच संसार के सामने रखे हैं, उन्हां दी आधारशिला जपजी है। जेकर असीं जपजी नूं ध्यान नाल पढ़िए, इनू समझण की कोशिश करिए, विचारन की कोशिश करिए, तो सहजे सहजे श्री गुरु ग्रंथ साहिब जी महाराज के समुची बाणी के भाव साढ़े सामने प्रतख हो जाते हैं। ये भी कहा जा सकता है कि जपजी साहिब
ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋ ਵਿਚਾਰਧਾਰਾ ਹੈ ਉਸ ਦਾ ਤੱਤ ਸਾਰ ਹੈ, ਉਸ ਦਾ ਨਿਚੋੜ ਹੈ। ਸਾਧ ਸੰਗਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸੰਸਾਰ ਨੂੰ ਹਰ ਖੇਤਰ ਵਿੱਚ ਅਗਵਾਈ ਦਿੱਤੀ, ਨਾ ਕੇਵਲ ਅਧਿਆਤਮਿਕ ਖੇਤਰ ਵਿੱਚ ਹੀ ਸਗੋਂ ਵਿਵਹਾਰਿਕ ਜੀਵਨ ਦੇ ਖੇਤਰ ਵਿੱਚ ਵੀ ਪੈਰ ਤੇ ਮਨੁੱਖੀ ਸਮੱਸਿਆਵਾਂ ਵੱਲ ਸਾਡਾ ਧਿਆਨ ਖਿੱਚਿਆ ਹੈ ਅਤੇ ਉਹਨਾਂ ਸੰਬੰਧੀ ਹੱਲ ਵੀ ਦੱਸੇ ਹਨ, ਜਿਨ੍ਹਾਂ ਨੂੰ ਅਪਣਾ ਕੇ, ਜਿਨ੍ਹਾਂ ਨੂੰ ਸਮਝ ਕੇ ਇਸ ਸੰਸਾਰ ਵਿੱਚ ਮਨੁੱਖ ਵਧੀਆ ਤੇ ਸੰਤੁਲਿਤ ਜੀਵਨ ਜਿਉ ਸਕਦਾ ਹੈ। ਜਪਜੀ ਸਾਹਿਬ ਵਿੱਚ ਇਹ ਸਾਰੀਆਂ ਹੀ ਗੱਲਾਂ ਸਾਨੂੰ ਸੂਤਰ ਰੂਪ ਦੇ ਵਿੱਚ ਪ੍ਰਾਪਤ ਹੁੰਦੀਆਂ ਹਨ। ਬਹੁਤ ਹੀ ਸਾਦਗੀ ਭਰੀ ਪਰ ਡੂੰਘੇ ਤਰੀਕੇ ਨਾਲ ਬਿਆਨ ਕੀਤੀ ਹੋਈ, ਵਰਤੀ ਹੋਈ ਭਾਸ਼ਾ ਦੁਆਰਾ ਸਤਿਗੁਰੂ ਜੀ ਨੇ ਔਖੇ ਤੋਂ ਔਖੇ, ਬਿਖਮ ਤੋਂ ਬਿਖਮ, ਕਠਨ ਤੋਂ ਕਠਨ ਫਿਲਾਸੋਫੀਕਲ ਕਨਸੈਪਟਸ, ਦਾਰਸ਼ਨਿਕ ਸੰਕਲਪ ਆਮ ਮਨੁੱਖਾਂ ਦੇ ਸਮਝਣ ਜੋਗੇ ਬਣਾ ਦਿੱਤੇ ਹਨ। ਭਾਰਤੀ ਦਰਸ਼ਨ ਵਿੱਚ ਉਪਨਿਸ਼ਦ ਦਾ ਦਾਰਸ਼ਨਿਕ ਗ੍ਰੰਥ ਵਜੋਂ ਬੜਾ ਨਾਮ ਹੈ। 6 ਸ਼ਾਸਤਰਾਂ ਦੀ ਗੱਲ ਵੀ ਕੀਤੀ ਜਾਂਦੀ ਹੈ। ਜੋ ਵੇਦਾਂ ਦਾ ਗਿਆਨ ਹੈ, ਉਹਨਾਂ ਦਾ ਜੋ ਫਿਲਾਸੋਫੀਕਲ ਆਸਪੈਕਟ ਹੈ, ਉਸ ਨੂੰ ਉਪਨਿਸ਼ਦਾਂ ਦੇ ਵਿੱਚ ਬਿਆਨ ਕੀਤਾ ਗਿਆ ਹੈ। ਅਨੇਕਾਂ ਉਪਨਿਸ਼ਦ ਮਿਲਦੇ ਹਨ, ਪ੍ਰਮੁੱਖ ਤੌਰ ਤੇ 112 ਦੇ ਕਰੀਬ ਉਪਨਿਸ਼ਦਾਂ ਨੂੰ ਵਧੇਰੇ ਮਾਨਤਾ ਦਿੱਤੀ ਜਾਂਦੀ ਹੈ। ਵਿਦਵਾਨਾਂ ਦਾ ਇਹ ਮਤ ਹੈ ਕਿ ਜਿਸ ਤਰ੍ਹਾਂ ਹਿੰਦੂ ਫਲਸਫੇ ਦਾ ਬਿਆਨ ਕਰਨ ਵਾਲੇ ਗ੍ਰੰਥ ਉਪਨਿਸ਼ਦ ਹਨ, ਉਸੇ ਤਰ੍ਹਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਫਲਸਫੇ ਦਾ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿਧਾਂਤ ਦਾ ਬਿਆਨ ਕਰਨ ਵਾਲਾ ਉਪਨਿਸ਼ਦ ਜਪਜੀ ਸਾਹਿਬ ਹੈ। ਉਪਨਿਸ਼ਦ ਦੇ ਸ਼ਬਦੀ ਅਰਥ ਇਹੀ ਹਨ ਕਿ ਉਹ ਗਿਆਨ ਜਿਹੜਾ ਗੁਰੂ ਦੇ ਕੋਲੋਂ ਬਹਿ ਕੇ ਲਿਆ ਹੈ, ਜਿਹੜਾ ਗਿਆਨ ਸਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਔਰ ਜੋ ਗੁਰਮਤਿ ਸਿਧਾਂਤ ਦੇ ਨਾਲ ਨਾਲ ਅੱਜ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ, ਬਾਣੀ ਦੇ ਰੂਪ ਵਿੱਚ, ਸ਼ਬਦ ਗੁਰੂ ਦੇ ਰੂਪ ਵਿੱਚ ਸਾਰੇ ਸੰਸਾਰ ਵਿੱਚ ਜਾਣਿਆ ਜਾਂਦਾ ਹੈ। ਉਹ ਜਪਜੀ ਦਾ ਗਿਆਨ ਹੈ, ਜਪਜੀ ਦੇ ਉਪਨਿਸ਼ਦ ਦਾ ਗਿਆਨ ਹੈ। ਕੋਈ ਵੀ ਸ਼ਬਦ ਵਰਤ ਲਓ, ਸਮਝਣ ਵਾਲੀ ਗੱਲ ਸਿਰਫ ਇਹ ਹੈ ਕਿ ਸਾਰੇ ਹੀ ਗੁਰਮਤਿ ਗਿਆਨ ਦਾ ਆਧਾਰ ਜਪਜੀ ਸਾਹਿਬ ਹੈ। ਜਪਜੀ ਸਾਹਿਬ ਦਾ ਆਰੰਭ ਮੂਲ ਮੰਤਰ ਨਾਲ ਹੁੰਦਾ ਹੈ, ਜੋ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੱਕ ਹੈ। ਉਂਝ ਇਹ ਮੂਲ ਮੰਤਰ ਉਸੇ ਤਰ੍ਹਾਂ ਹੀ ਜਪਜੀ ਸਾਹਿਬ ਦੇ ਨਾਲ ਅੰਕਿਤ ਹੈ, ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਹੋਰ ਰਾਗਾਂ ਦੇ ਆਰੰਭ ਵੇਲੇ ਜਾਂ ਹੋਰ ਬਾਣੀਆਂ ਦੇ ਨਾਲ ਆਰੰਭ ਵੇਲੇ ਇਸ ਦਾ ਵਰਣਨ ਕੀਤਾ ਗਿਆ ਹੈ। ਉਂਝ ਜਪਜੀ ਜੋ ਬਾਣੀ ਹੈ ਉਹ ਜਪ ਸ਼ਬਦ ਦੇ ਨਾਲ ਹੀ ਆਰੰਭ ਹੁੰਦੀ ਹੈ, ਪਰ ਮੂਲ ਮੰਤਰ ਕਿਉਂਕਿ ਸਭ ਤੋਂ ਪਹਿਲਾਂ ਜਪਜੀ ਦੇ ਨਾਲ ਹੀ ਅੰਕਿਤ ਕੀਤਾ ਗਿਆ ਹੈ, ਇਸ ਕਰਕੇ ਇਹ ਜਪਜੀ ਦਾ ਅਨਿੱਖੜਵਾਂ ਹਿੱਸਾ ਬਣਿਆ ਹੋਇਆ ਹੈ। ਕੁੱਲ 38 ਪੌੜੀਆਂ ਹਨ
ਅਤੇ 2 ਸ਼ਲੋਕ ਹਨ। ਪੌੜੀ ਸਾਡੇ ਪੰਜਾਬੀ ਸਾਹਿਤ ਵਿੱਚ ਬਹੁਤ ਹੀ ਪ੍ਰਸਿੱਧ ਕਾਵਿ ਰੂਪ ਵੀ ਹੈ ਅਤੇ ਛੰਦ ਰੂਪ ਵੀ ਹੈ। ਜੋ ਵਾਰਾਂ ਲਿਖੀਆਂ ਜਾਂਦੀਆਂ ਸਨ ਉਹ ਪੌੜੀਆਂ ਵਿੱਚ ਲਿਖੀਆਂ ਜਾਂਦੀਆਂ ਸਨ। ਇਸੇ ਤਰ੍ਹਾਂ ਹੀ ਜੋ ਸ਼ਲੋਕ ਹੈ, ਸ਼ਲੋਕ ਸੰਸਕ੍ਰਿਤ ਦੇ ਸ਼ਲੋਕ ਤੋਂ ਬਣਿਆ ਹੈ, ਜਿਸ ਦੇ ਸ਼ਬਦੀ ਅਰਥ ਹਨ ਉਸਤਤ ਕਰਨ ਵਾਲਾ ਗੀਤ। ਪਰ ਸਮੇਂ ਨਾਲ ਇਸ ਦੇ ਅਰਥ ਵਿਸ਼ਾਲ ਹੁੰਦੇ ਗਏ ਹਨ ਅਤੇ ਸ਼ਲੋਕ ਨੂੰ ਇੱਕ ਕਾਵਿ ਰੂਪ ਜਾਂ ਇੱਕ ਛੰਦ ਰੂਪ ਵਿੱਚ ਵੀ ਵਰਤਿਆ ਜਾਂਦਾ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਹ ਦੋਵੇਂ ਚੀਜ਼ਾਂ ਕਾਵਿ ਰੂਪ ਵਜੋਂ ਵੀ ਵਰਤੀਆਂ ਗਈਆਂ ਹਨ ਅਤੇ ਛੰਦ ਰੂਪ ਵਿੱਚ ਵੀ ਇਹਨਾਂ ਦੀ ਭਰਪੂਰ ਵਰਤੋਂ ਹੋਈ ਹੈ। ਸ਼ਲੋਕ ਦੇ ਵਿੱਚ ਉਸਤਤੀ ਦੀ ਗੱਲ ਵੀ ਹੁੰਦੀ ਹੈ, ਪਰ ਸ਼ਲੋਕ ਦੀ ਇੱਕ ਵਿਸ਼ੇਸ਼ ਗੱਲ ਇਹ ਵੀ ਹੈ ਕਿ ਸੰਖੇਪ ਤੇ ਭਾਵਪੂਰਤ ਅੱਖਰਾਂ ਦੇ ਨਾਲ, ਸ਼ਬਦਾਂ ਦੇ ਨਾਲ ਬਹੁਤ ਡੂੰਘੀ ਫਲਸਫੇ ਦੀ ਗੱਲ ਬਿਆਨ ਕੀਤੀ ਜਾਂਦੀ ਹੈ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜਿੱਥੇ ਵੀ ਸ਼ਲੋਕ ਆਏ ਹਨ, ਜਿੱਥੇ ਵੀ ਪੌੜੀਆਂ ਆਈਆਂ ਹਨ, ਉਹ ਆਮ ਤੌਰ ਤੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਕਾਵਿ ਰੂਪ ਵਜੋਂ ਜਾਂ ਛੰਦ ਰੂਪ ਦੇ ਤੌਰ ਤੇ ਵਰਤੀਆਂ ਗਈਆਂ। ਸਾਧ ਸੰਗਤ, ਜਪਜੀ ਸਾਹਿਬ ਜਿਸ ਵੇਲੇ ਜਪ ਨਾਲ ਸ਼ੁਰੂ ਹੁੰਦਾ ਹੈ, ਉਸ ਤੋਂ ਅੱਗੇ ਇੱਕ ਸ਼ਲੋਕ ਹੈ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਥੇ ਸ਼ਲੋਕ ਸ਼ਬਦ ਵਰਤਿਆ ਨਹੀਂ ਗਿਆ, ਪਰ ਇਹੀ ਸ਼ਲੋਕ ਸੁਖਮਨੀ ਸਾਹਿਬ ਵਿੱਚ ਪੰਚਮ ਪਾਤਸ਼ਾਹ ਨੇ ਅੰਕਿਤ ਕੀਤਾ ਹੈ, ਜਿੱਥੇ ਇਸ ਦਾ ਸਿਰਲੇਖ ਸ਼ਲੋਕ ਦਿੱਤਾ ਹੋਇਆ ਹੈ। ਪੌੜੀਆਂ 38 ਹਨ ਜੋ ਇਸ ਸ਼ਲੋਕ ਤੋਂ ਬਾਅਦ ਵਿੱਚ ਸ਼ੁਰੂ ਹੁੰਦੀਆਂ ਹਨ ਅਤੇ 38 ਪੌੜੀਆਂ ਦੀ ਸਮਾਪਤੀ ਤੇ ਇੱਕ ਹੋਰ ਸ਼ਲੋਕ ਹੈ ਜੋ ਨਾ ਕੇਵਲ ਜਪਜੀ ਸਾਹਿਬ ਨਾਲ, ਸਗੋਂ ਉਂਝ ਵੀ ਜਦੋਂ ਸਿੱਖਾਂ ਦੇ ਕੋਈ ਵੀ ਧਾਰਮਿਕ ਸਮਾਗਮ ਹੁੰਦੇ ਹਨ ਤਾਂ ਆਨੰਦ ਸਾਹਿਬ ਦਾ ਪਾਠ ਕਰਨ ਉਪਰੰਤ ਇਸ ਸ਼ਲੋਕ ਨੂੰ ਪੜ੍ਹਿਆ ਜਾਂਦਾ ਹੈ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਸੋ 2 ਸ਼ਲੋਕਾਂ ਅਤੇ 38 ਪੌੜੀਆਂ ਤੇ ਆਧਾਰਿਤ ਇਸ ਬਾਣੀ ਦੀ ਜੋ ਭਰਪੂਰ ਦਾਰਸ਼ਨਿਕ ਮਹੱਤਤਾ ਹੈ, ਇਹਦਾ ਜੋ ਫਿਲਾਸੋਫੀਕਲ ਇੰਪੋਰਟੈਂਸ ਹੈ, ਉਸ ਨੂੰ ਸਾਰੇ ਸੰਸਾਰ ਦੇ ਵਿਦਵਾਨਾਂ ਨੇ, ਚਿੰਤਕਾਂ ਨੇ ਬਹੁਤ ਸਲਾਹਿਆ ਹੈ ਔਰ ਇਸ ਨੂੰ ਅਧਿਆਤਮਿਕ ਦਰਸ਼ਨ ਦਾ ਇੱਕ ਮੀਲ ਪੱਥਰ ਮੰਨਿਆ ਹੈ ਔਰ ਸਿੱਖ ਸਿਧਾਂਤ ਦੀ ਆਧਾਰਸ਼ਿਲਾ ਮੰਨਿਆ ਹੈ। ਅਨੇਕਾਂ ਸਿੱਖ ਵਿਦਵਾਨਾਂ ਨੇ ਇਸ ਤੇ ਟੀਕੇ ਕੀਤੇ ਹਨ। ਹੋਰ ਵੀ ਜੋ ਅਨਮਤੀ ਧਰਮਾਂ ਨਾਲ ਸੰਬੰਧਿਤ ਹਨ, ਉਹਨਾਂ ਨੇ ਵੀ ਇਸ ਬਾਣੀ ਦੇ ਕਈ ਟੀਕੇ ਜਾਂ ਇਸ ਦੇ ਉੱਤੇ ਕਮੈਂਟਰੀ ਲਿਖੀਆਂ ਹਨ ਜੋ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਹਨ। ਗੁਰਸਿੱਖ ਵਾਸਤੇ ਜਪਜੀ ਸਾਹਿਬ ਦਾ ਜੋ ਮਹੱਤਵ ਹੈ ਉਹ ਹਰ ਵਿਅਕਤੀ ਲਈ ਨਹੀਂ ਹੋ ਸਕਦਾ। ਇਸ ਕਰਕੇ ਗੁਰਸਿੱਖ ਨੇ ਇਸ ਦੇ ਮਹੱਤਵ ਨੂੰ ਇਸ ਦੇ ਠੀਕ ਪਰਸਪੈਕਟਿਵ ਵਿੱਚ ਵੇਖਣਾ ਹੈ ਤੇ ਸਮਝਣਾ ਹੈ, ਕਿਉਂਕਿ ਜਿਹੜਾ ਸਿੱਖ ਜਪਜੀ ਦਾ ਪਾਠ ਕਰੇਗਾ
ਜਪਜੀ ਦੇ ਅਧਿਐਨ ਨੂੰ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਬਣਾਵੇਗਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਮੁੱਚੇ ਸਿਧਾਂਤ ਨੂੰ ਸਮਝਣ ਦੇ ਯੋਗ ਹੋ ਸਕੇਗਾ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਖੁਸ਼ੀਆਂ ਅਤੇ ਬਖਸ਼ਿਸ਼ਾਂ ਦਾ ਪਾਤਰ ਵੀ ਬਣ ਸਕੇਗਾ। ਸੋ ਆਓ ਅੱਜ ਅਸੀਂ ਇਸ ਦੇਵੀ ਕਾਵਿ, ਇਸ ਮਹਾਨ ਬਾਣੀ ਦਾ ਪੌੜੀਵਾਰ ਅਧਿਐਨ ਸ਼ੁਰੂ ਕਰੀਏ। ਸਤਿਗੁਰੂ ਜੀ ਸਾਨੂੰ ਬਲ ਬਖਸ਼ਣ ਕਿ ਅਸੀਂ ਇਸ ਬਾਣੀ ਦਾ ਅਰਥ ਅਤੇ ਭਾਵ ਸਮਝ ਕੇ ਉਸ ਤੋਂ ਯੋਗ ਸੇਧ ਲੈ ਸਕੀਏ ਅਤੇ ਸਮਝ ਸਕੀਏ ਕਿ ਕਿਸ ਤਰੀਕੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਰਸ਼ਨ, ਫਿਲਾਸਫੀ, ਧਰਮ ਸ਼ਾਸਤਰ ਅਤੇ ਆਮ ਜੀਵਨ ਦੇ ਸਾਰੇ ਪੱਖਾਂ ਨੂੰ ਵਾਚ ਕੇ ਉਹਨਾਂ ਦਾ ਮੰਥਨ ਕਰਕੇ ਸਾਡੇ ਲਈ ਇੱਕ ਬਹੁਤ ਹੀ ਖੂਬਸੂਰਤ ਢੋਆ ਤਿਆਰ ਕੀਤਾ ਹੈ, ਜੋ ਸਾਰੇ ਸੰਸਾਰ ਨੂੰ ਬੜੇ ਵਧੀਆ ਢੰਗ ਦੇ ਨਾਲ ਅਗਵਾਈ ਦੇ ਸਕਦਾ ਹੈ। ਆਓ ਮੂਲ ਮੰਤਰ ਦੇ ਨਾਲ ਅਸੀਂ ਇਸ ਵਿਚਾਰ ਚਰਚਾ ਨੂੰ ਆਰੰਭ ਕਰਦੇ ਹਾਂ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਾਧ ਸੰਗਤ, ਇਹ ਮੂਲ ਮੰਤਰ ਸਿੱਖ ਧਰਮ ਦਾ ਬੇਸਿਕ ਪ੍ਰਿੰਸੀਪਲ, ਇਸ ਦੇ ਵਿੱਚ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਉਸ ਦਾ ਸਰੂਪ ਨਿਰਧਾਰਿਤ ਕਰਨ ਦਾ ਯਤਨ ਕੀਤਾ ਹੈ, ਕਿਉਂਕਿ ਸਾਰੇ ਹੀ ਦਰਸ਼ਨ ਦਾ ਮੁੱਖ ਪ੍ਰਸ਼ਨ ਇਹੀ ਹੈ ਕਿ ਰੱਬ ਕੀ ਹੈ। ਇੰਡੀਅਨ ਟ੍ਰੈਡੀਸ਼ਨ ਦੇ ਵਿੱਚ ਚਾਹੇ ਉਹ ਵੇਦ ਹਨ, ਚਾਹੇ ਉਹ ਸ਼ਾਸਤਰ ਹਨ, ਚਾਹੇ ਉਹ ਉਪਨਿਸ਼ਦ ਹਨ, ਇਸੇ ਗੱਲ ਤੇ ਜ਼ੋਰ ਹੈ ਕਿ ਬ੍ਰਹਮ ਕੀ ਹੈ, ਬ੍ਰਹਮ ਦੀ ਹਸਤੀ ਕੀ ਹੈ। ਅਸੀਂ ਜਾਣਦੇ ਹਾਂ ਕਿ ਹਿੰਦੂ ਧਰਮ ਦੇ ਵਿੱਚ ਓਮ ਸ਼ਬਦ ਪਰਮਾਤਮਾ ਲਈ ਵਰਤਿਆ ਗਿਆ ਹੈ, ਪਰ ਓਮ ਦੀ ਜਿਹੜੀ ਬਣਤਰ ਹੈ ਉਸ ਦੇ ਵਿੱਚ 3 ਲਕੀਰਾਂ ਹੁੰਦੀਆਂ ਅਤੇ ਇਹ ਕਿਹਾ ਜਾਂਦਾ ਹੈ ਕਿ ਇਹ 3 ਲਕੀਰਾਂ 3 ਪ੍ਰਮੁੱਖ ਦੇਵਤਿਆਂ ਬ੍ਰਹਮਾ, ਵਿਸ਼ਨ ਅਤੇ ਮਹੇਸ਼ ਲਈ ਵਰਤੀਆਂ ਗਈਆਂ ਹਨ। ਉਹਨਾਂ ਦੇ ਚਿੰਨ੍ਹ ਰੂਪ ਵਿੱਚ ਹਨ। ਇੱਥੋਂ ਇਹ ਖਿਆਲ ਬਣਦਾ ਹੈ ਕਿ ਬ੍ਰਹਮਾ, ਵਿਸ਼ਨ ਤੇ ਮਹੇਸ਼ ਹੀ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਹੀ ਪਰਮਾਤਮਾ ਦੇ ਪ੍ਰਗਟ ਸਰੂਪ ਹਨ।
श्री गुरु नानक देव जी महाराज ने जिस वक्त अपने सिद्धांत का आरंभ किया तो उस वेले उन्होंने ये विशेष रूप में वेख्या कि लोग देवतियों की पूजा विच लगे हुए हैं। अनेक देवते भारतीय दर्शन शास्त्र दे विच मौजूद हैं जिन्हां की गिनती नहीं की जा सकती और उन्हां दी मूर्तियां बना बना के मंदिरों में रखिया हुई हैं। मूर्तियां की पूजा होती है। सतगुरु जी का ये विचार है कि वो अकाल पुरख वो वाहिगुरु देवतियां के रूप में नहीं है। वो एक अजिही हस्ती है जो सब हस्तियों तो ऊपर है। ब्रह्मा विष्णु महेश अगर हन भी तां भी वो इहदे अधीन हैं, इनू रिप्रजेंट नहीं करते। इस करके सतगुरु जी ने अकाल पुरख का वर्णन करन लग्या एक शब्द की वरतों की है कि वाहिगुरु एक है। एक शब्द दे नाल साडा मूल मंत्र शुरू होता है। वो 3-4 गिनती में आने वाले देवतियां वांग नहीं है। वो एक है। उस तो ऊपर उहदे वर्गी कोई होर हस्ती नहीं, ना ही उहदे मुकाबले की कोई हस्ती है। इसलिए वो एक है। ओंकार ते ओंकार का जिहड़ा स्वरूप दिता है वो ओम की तरह थल्ले नहीं रुके, सो ऊपर उठ के खुले आकाश में जांदा प्रतीत होता है, जो प्रभु की सर्वव्यापक हस्ती का प्रतीक है। ओम कार कार संस्कृत का पिछेत्र है, जिसको सफिक्स कहते हैं अंग्रेजी में। इसका मतलब होता है लगातार, एक रस व्यापक रहने वाली चीज। वो वाहिगुरु एक है और सारे ब्रह्मंड विच उसकी जोत पसरी हुई है, हर वेले पसरी हुई है, हर वेले वो व्यापक है। सो श्री गुरु ग्रंथ साहब जी महाराज का ये पक्का विचार है। गुरु ग्रंथ साहब की समुची विचारधारा इसे विचार के उत्ते आधारित है कि वो वाहिगुरु एक है। बाणी विच अनेक थावां ते महाराज जी ने इसका जिक्र किया है। साहिब मेरा एको है, एको है भाई एको है। सिख धर्म बहुत सारे देवतियां दे विच विश्वास नहीं रखता, वो एको अकाल पुरख दे उत्ते विश्वास रखता है। एक अंकार निरंजन निर्भव सब जल थल रहा समाई। जलों विच, थलों विच, समुद्रां विच, हवावां विच, सारे ब्रह्मंड दे विच ओही है, ओदा ही हुक्म चलता है। एको अमर एका पातशाही, जुग जुग सरकार बनाई है। हर थां दे उत्ते ओदा अमर है, ओदा राज चलता है, ओदे हुक्म दे सारे संसार दी चीज़ां तुरदियां हैं। सो एक वाहिगुरु, एक अकाल पुरख, इको परमात्मा सारे संसार के उत्ते उसे दी हस्ती है जिहड़ी कि सारे संसार की कारण चलाउंदी है। हुण महाराज जी ने अगला शब्द सतनाम वरत्या है और रब के अनेकों ही नाम लोगों ने रख लए हुए हैं। कोई उसको खुदा कहता है, कोई उसको अल्लाह कहता है, कोई उसको कुछ कहता है। महाराज जी कहते हैं कि ओदा असली नाम सतनाम है। सत ट्रूथ, जिहदी हस्ती कभी खत्म ना हो, वो सत है।
ਜਿਹੜੀਆਂ ਚੀਜ਼ਾਂ ਦੀ ਹਸਤੀ ਖਤਮ ਹੋ ਜਾਂਦੀ ਉਹ ਕੂੜ ਹਨ, ਝੂਠ ਹਨ। ਸੋ ਸੱਚ ਇੱਕੋ ਹੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਦਾ, ਰੱਬ ਦਾ ਨਾਮ ਜੇ ਕੋਈ ਰੱਖਣਾ ਹੋਵੇ, ਜੇ ਕੋਈ ਹੈ, ਤਾਂ ਉਹ ਸਤ ਸ਼ਬਦ ਦੇ ਨਾਲ ਪ੍ਰਸੰਗਤ ਕੀਤਾ ਜਾ ਸਕਦਾ ਹੈ, ਮੰਨਿਆ ਜਾ ਸਕਦਾ ਹੈ। ਸਾਡੀ ਜੋ ਜੀਭ ਹੈ ਮਨੁੱਖ ਦੀ, ਇਹਨੇ ਕਈ ਹੀ ਕੀਰਤਨ ਨਾਮ, ਬਨਾਵਟੀ ਨਾਮ ਪਰਮਾਤਮਾ ਦੇ ਰੱਖ ਲਏ ਹਨ। ਪਰ ਮਹਾਰਾਜ ਜੀ ਕਹਿੰਦੇ ਨੇ ਕਿ ਉਹਦਾ ਨਾਮ, ਅਸਲੀ ਨਾਮ ਸਤਨਾਮ ਹੈ, ਕਿਉਂਕਿ ਉਹ ਇੱਕ ਸਦੀਵ ਰਹਿਣ ਵਾਲੀ ਹਸਤੀ ਹੈ, ਸਦੀਵ ਰਹਿਣ ਵਾਲਾ ਸੱਚ ਹੈ। ਇਸ ਕਰਕੇ ਸਭ ਤੋਂ ਢੁਕਵਾਂ ਸ਼ਬਦ ਜਿਹੜਾ ਹੈ ਵਾਹਿਗੁਰੂ ਦੀ ਹਸਤੀ ਬਾਰੇ ਉਹ ਸਤਨਾਮ ਹੈ। ਕੀਰਤਮ ਨਾਮ ਕਥੇ ਤੇਰੇ ਜੇਬਾ, ਸਤਨਾਮ ਤੇਰਾ ਪਰਾ ਪੁਰਬਲਾ। ਸਤਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ। ਸੋ ਮੂਲ ਮੰਤਰ ਦੀ ਅਗਲੀ ਗੱਲ ਸਤਨਾਮ ਹੈ। ਸਤਨਾਮ ਪ੍ਰਭੂ ਦੀ ਦੇਵੀ ਹੋਂਦ ਦਾ ਪ੍ਰਤੀਕ ਹੈ। ਕਰਤਾ ਪੁਰਖ, ਕਰਤਾ ਜਿਹੜਾ ਚੀਜ਼ ਨੂੰ ਬਣਾਵੇ, ਕ੍ਰੀਏਟਰ। ਪੁਰਖ ਵੈਸੇ ਤੇ ਆਮ ਬੋਲਚਾਲ ਵਿੱਚ ਅਸੀਂ ਹਰ ਮੇਲ ਵਿਅਕਤੀ ਨੂੰ ਪੁਰਸ਼ ਕਹਿ ਦਿੰਦੇ ਹਾਂ, ਪਰ ਫਿਲਾਸਫੀ ਦੇ ਵਿੱਚ ਇਸ ਸ਼ਬਦ ਦੇ ਵਿਸ਼ੇਸ਼ ਅਰਥ ਹਨ। ਪੁਰਸ਼ ਤੇ ਪ੍ਰਕਿਰਤੀ ਦਾ ਸਿਧਾਂਤ ਸਾਡੀ ਇੰਡੀਅਨ ਟ੍ਰੈਡੀਸ਼ਨ ਦੇ ਵਿੱਚ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣਿਆ ਹੈ। ਪੁਰਸ਼ ਵਾਹਿਗੁਰੂ ਹੈ ਔਰ ਉਹਦੀ ਜੋ ਬਣਾਈ ਹੋਈ ਮਾਇਆ ਹੈ ਉਹ ਪ੍ਰਕਿਰਤੀ ਹੈ। ਸੋ ਮਹਾਰਾਜ ਜੀ ਕਹਿੰਦੇ ਨੇ ਕਿ ਉਸ ਪ੍ਰਭੂ ਦਾ, ਉਸ ਪਰਮਾਤਮਾ ਦਾ ਅਗਲਾ ਐਟਰੀਬਿਊਟ ਇਹ ਹੈ ਕਿ ਉਹ ਕਰਤਾ ਹੈ। ਕਰਤਾ ਤੂੰ ਸਭਨਾ ਕਾ ਸੋਈ, ਕਰਤਾ ਪੁਰਖ ਤਾਰ ਦਵਾਇਆ, ਪਿੱਛੇ ਲੱਗ ਚੱਲੀ ਮਾਇਆ। ਕਰਤਾ ਤੂੰ ਮੇਰਾ ਜਜਮਾਨ, ਏਕਾ ਪੁਰਖ ਸਬਾਈ ਨਾੜ। ਉਹ ਇੱਕੋ ਅਕਾਲ ਪੁਰਖ ਜਿਹੜਾ ਹੈ ਉਹੀ ਪੁਰਖ ਹੈ। ਉਹੀ ਸੰਸਾਰ ਨੂੰ, ਸੰਸਾਰ ਦੀ ਹਰ ਚੀਜ਼ ਨੂੰ, ਸਾਰੇ ਬ੍ਰਹਿਮੰਡ ਨੂੰ, ਸਭ ਪਲੈਨਟਸ ਨੂੰ, ਹਰ ਚੀਜ਼ ਜੋ ਵੀ ਬਣੀ ਹੋਈ ਹੈ ਉਹਦੀ ਬਣਾਈ ਹੋਈ ਹੈ। ਸੋ ਉਹ ਕਰਤਾ ਪੁਰਖ ਹੈ। ਨਿਰਭਉ, ਉਹਦਾ ਅਗਲਾ ਗੁਣ ਇਹ ਹੈ ਕਿ ਉਹ ਨਿਰਭਉ ਹੈ। ਭਉ ਮੈਨੇ ਡਰ, ਨਿਰਭਉ ਜਿਹੜਾ ਨਾ ਡਰੇ, ਫੀਅਰਲੈਸ। ਸੰਸਾਰ ਦੀ ਹਰ ਚੀਜ਼ ਜਿਹੜੀ ਹੈ ਉਹ ਡਰ ਵਿੱਚ ਜਿਉਂਦੀ ਹੈ। ਕੋਈ ਨਾ ਕੋਈ ਡਰ ਹਰ ਜੀਵ ਨੂੰ, ਹਰ ਵਿਅਕਤੀ ਨੂੰ ਹਰ ਵੇਲੇ ਚਿੰਬੜਿਆ ਰਹਿੰਦਾ। ਮਹਾਰਾਜ ਜੀ ਕਹਿੰਦੇ ਨੇ ਕਿ ਕੇਵਲ ਇੱਕ ਹਸਤੀ ਹੈ ਜੋ ਡਰ ਤੋਂ ਰਹਿਤ ਹੈ, ਉਹ ਹਸਤੀ ਵਾਹਿਗੁਰੂ ਦੀ। ਇਸ ਕਰਕੇ ਉਸ ਨੂੰ ਨਿਰਭਉ ਆਖਿਆ ਹੈ। ਉਹ ਕਦੀ ਕਿਸੇ ਤੋਂ ਡਰਦਾ ਨਹੀਂ। ਇਸੇ ਤਰ੍ਹਾਂ ਉਹ ਨਿਰਵੈਰ ਹੈ। ਨਿਰਭਉ ਨਿਰਵੈਰ। ਸੰਸਾਰ ਦੇ ਸਾਰੇ ਜੀਵ ਇੱਕ ਦੂਜੇ ਨਾਲ ਕੋਈ ਨਾ ਕੋਈ ਦੁਸ਼ਮਣੀ ਪਾਲਦੇ ਹਨ, ਕੋਈ ਵੈਰ ਵਿਰੋਧ ਰੱਖਦੇ ਹਨ, ਪਰ ਉਸ ਵਾਹਿਗੁਰੂ ਦਾ ਕਿਸੇ ਨਾਲ ਕੋਈ ਵੈਰ ਨਹੀਂ। ਉਹ ਨਿਰਵੈਰ ਹੈ। ਉਸ ਦੀ ਹਸਤੀ ਦੀ ਇੱਕ ਵਿਸ਼ੇਸ਼ ਗੱਲ ਇਹ ਹੈ ਕਿ ਉਹ ਸਭ ਨੂੰ ਪਿਆਰ ਕਰਦਾ ਹੈ, ਸਭ ਨੂੰ ਪਿਆਰ ਕਰਦਾ ਹੈ। ਉਹ ਕਦੀ ਵੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਕਰਦਾ, ਵੈਰ ਨਹੀਂ ਕਰਦਾ। ਅਕਾਲ ਮੂਰਤ
ਮੂਰਤ ਹਸਤੀ ਉਹ ਇਹੋ ਜਿਹੀ ਹਸਤੀ ਹੈ ਜਿਹੜੀ ਅਕਾਲ ਹੈ, ਜਿਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਸਭ ਚੀਜ਼ਾਂ ਸਮੇਂ ਦੇ ਨਾਲ ਮਰ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ, ਪਰ ਉਹ ਪ੍ਰਭੂ ਅਕਾਲ ਮੂਰਤ ਹੈ, ਉਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ। ਉਹ ਟਾਈਮਲੈਸ ਹੈ। ਟਾਈਮ ਦੀਆਂ ਜੋ ਹੱਦਾਂ ਹਨ ਉਸ ਤੋਂ ਸੁਤੰਤਰ ਹੈ। ਇਸ ਕਰਕੇ ਮੌਤ ਉਸ ਤੇ ਕਦੀ ਕੋਈ ਅਸਰ ਨਹੀਂ ਕਰ ਸਕਦੀ। ਅਜੂਨੀ, ਉਹ ਅਜੂਨੀ ਹੈ, ਜਨਮ ਮਰਨ ਵਿੱਚ ਨਹੀਂ ਆਉਂਦਾ, ਜੂਨਾਂ ਵਿੱਚ ਨਹੀਂ ਆਉਂਦਾ। ਉਹ ਅਜੂਨੀ ਹੈ। ਸਹਿਭੰਗ, ਉਹ ਸਹਿਭੰਗ ਹੈ। ਸਹਿਭੰਗ ਉਹ ਚੀਜ਼ ਹੁੰਦੀ ਹੈ ਜਿਹੜੀ ਆਪਣੇ ਆਪ ਤੋਂ ਬਣੀ ਹੋਵੇ, ਆਪਣੇ ਆਪ ਤੋਂ ਜਿਸ ਦਾ ਪ੍ਰਕਾਸ਼ ਹੋਇਆ ਹੋਵੇ। ਹਰ ਚੀਜ਼ ਨੂੰ ਬਣਾਉਣ ਵਾਲੀ ਕੋਈ ਨਾ ਕੋਈ ਸ਼ਕਤੀ ਹੁੰਦੀ ਹੈ, ਕੋਈ ਨਾ ਕੋਈ ਹਸਤੀ ਹੁੰਦੀ ਹੈ। ਹਰ ਵਿਅਕਤੀ, ਹਰ ਚੀਜ਼ ਆਪਣੇ ਆਪ ਪ੍ਰਕਾਸ਼ਿਤ ਨਹੀਂ ਹੁੰਦੀ, ਪਰ ਇੱਕ ਉਹ ਪ੍ਰਭੂ ਹੈ, ਵਾਹਿਗੁਰੂ ਹੈ, ਜੋ ਆਪਣੇ ਆਪ ਤੋਂ ਪ੍ਰਕਾਸ਼ਿਤ ਹੈ। ਉਹਦਾ ਪ੍ਰਕਾਸ਼ ਕਰਨ ਵਾਲਾ ਹੋਰ ਕੋਈ ਨਹੀਂ, ਪਰ ਉਹ ਹਰ ਚੀਜ਼ ਦਾ ਪ੍ਰਕਾਸ਼ ਕਰਨ ਵਾਲਾ ਹੈ। ਇਸ ਹਸਤੀ ਵਾਲੇ ਵਾਹਿਗੁਰੂ ਨੂੰ, ਪ੍ਰਮਾਤਮਾ ਨੂੰ, ਪ੍ਰਭੂ ਨੂੰ, ਸਤਨਾਮ ਨੂੰ, ਏਕ ਓਂਕਾਰ ਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਹੈ? ਮਹਾਰਾਜ ਜੀ ਨੇ ਮੂਲ ਮੰਤਰ ਵਿੱਚ ਅਖੀਰਲੀ ਗੱਲ ਇਹ ਦੱਸੀ ਹੈ ਕਿ ਉਹਦੀ ਪ੍ਰਾਪਤੀ ਕਿਵੇਂ ਹੋਵੇ। ਗੁਰ ਪ੍ਰਸਾਦ, ਪ੍ਰਸਾਦ ਮੈਨੇ ਕਿਰਪਾ, ਬਖਸ਼ਿਸ਼, ਮਿਹਰ, ਕਿ ਜੇਕਰ ਗੁਰੂ ਦੀ ਮਿਹਰ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਉਸ ਦੀ ਪ੍ਰਾਪਤੀ ਹੋ ਸਕਦੀ ਹੈ। ਸੋ ਸਤਿਗੁਰੂ ਜੀ ਦੇ ਸਿਧਾਂਤ ਦਾ ਇਹ ਕੇਂਦਰੀ ਬਿੰਦੂ ਹੈ ਕਿ ਅਸੀਂ ਅਕਾਲ ਪੁਰਖ ਦੀ ਹਸਤੀ ਨੂੰ ਸਮਝਣਾ ਹੈ ਅਤੇ ਨਾਲ ਹੀ ਇਹ ਵੀ ਜਾਣਨਾ ਹੈ ਕਿ ਗੁਰੂ ਉਸ ਦੀ ਪ੍ਰਾਪਤੀ ਦੇ ਵਿੱਚ ਸਭ ਤੋਂ ਮਹੱਤਵਪੂਰਨ ਮਾਧਿਅਮ ਹੈ। ਸਤ ਸੰਗਤ, ਮੂਲ ਮੰਤਰ ਵਿੱਚ ਜਿਹੜੇ ਵਿਚਾਰ ਆਏ ਹਨ, ਇਹ ਜਿੱਥੇ ਅਕਾਲ ਪੁਰਖ ਦੀ ਹਸਤੀ ਦਾ ਬਿਆਨ ਕਰਦੇ ਨੇ, ਉੱਥੇ ਸਾਨੂੰ ਇਹ ਵੀ ਸਿਖਾਉਂਦੇ ਨੇ ਕਿ ਅਸੀਂ ਵੀ ਆਪਣੇ ਵਿੱਚ ਇਹ ਗੁਣ ਧਾਰਨ ਕਰਨੇ ਨੇ। ਜੀਵ ਨੇ ਵੀ ਆਪਣੇ ਵਿੱਚ ਇਹ ਗੁਣ ਧਾਰਨ ਕਰਨੇ ਨੇ। ਜੀਵ ਨੇ ਸੱਚ ਨਾਲ ਜੁੜਨਾ ਹੈ, ਨਾਮ ਨਾਲ ਜੁੜਨਾ ਹੈ, ਉਸ ਕਰਤੇ ਪੁਰਖ ਨਾਲ ਜੁੜਨਾ ਹੈ। ਜੀਵ ਨੇ ਨਿਰਭਉ ਹੋਣਾ ਹੈ। ਪੈ ਕਾਹੂ ਕੋ ਦੇਤ न पै मानते आन, और निर्वैर होना है। वैर नहीं रखने जिंदगी में, ना को वैरी ना ही बेगाना, सगल संग हमको बनियाई। अकाल मूर्त प्रभु का रूप बनना है। इस ढंग नाल कमाई करनी है नाम ते सिमरन दी कि उहदे रूप बन जाइए, जन्म मरण के चक्कर दे विचों निकल जाइए, अजूनी हो जाइए, उस स्वैभंग अकाल पुरख की जोत का हिस्सा बन जाइए। पर यह सब कुछ होवेगा तां ही जे साडे ते गुरु की मेहर होवेगी, गुरु की कृपा दे असीं पात्र बन जावांगे। सो साडे ते सतगुरु जी कृपा करन कि असीं मूल मंत्र विच आए विचारां नूं अपनी जिंदगी का आदर्श अते आधार बना लईए, ताकि असीं उस परम जोत दे नाल, उस वाहिगुरू की अगम्मी जोत दे नाल जुड़न का सुभाग प्राप्त कर सकीए। वाहिगुरू जी का खालसा, वाहिगुरू जी।